ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾਹੁ। ਅਤ ਸਿਆਣੀ ਸੋਹਣੀ ਕਿਉ ਕੀਤੋ ਵਿਸਾਹੋ। ਪਾਵਨ ਬਚਨ ਸ੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੇ ਬਚਨ ਨੇ, ਜੋ ਸ਼੍ਰੀ ਰਾਗ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਬਾਇਮਾਨ ਨੇ। ਗੁਰੂ ਨਾਨਕ ਦੇਵ ਪਿਤਾ ਮਹਾਰਾਜ ਮਛਲੀ ਦੀ ਉਦਾਹਰਣ ਦੇ ਕਰਕੇ ਜੀਵ ਨੂੰ ਸਮਝਾਉਂਦੇ ਹਨ ਕਿ ਆਪਣੇ ਜੀਵਨ ਦੇ ਵਿੱਚ ਤੋਂ ਲਾਲਚ ਤੋਂ ਕਿਵੇਂ ਬਚਣਾ ਹੈ। ਮਨ ਲਾਲਚ ਦੇ ਵਸ ਆ ਕਰਕੇ ਕਈ ਵਾਰ ਇਹੋ ਜਿਹੀ ਗਲਤੀ ਕਰ ਲੈਂਦਾ ਹੈ ਕਿ ਜਿਸ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ। ਮੁਆਫੀ ਵੀ ਜਿਸ ਦੇ ਵਾਸਤੇ ਛੋਟੀ ਪੈ ਜਾਂਦੀ ਹੈ। ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾਹੁ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਅਣਜਾਣ ਮੱਛੀ ਨੇ ਜਾਲ ਨੂੰ ਨਾ ਸਮਝਿਆ। ਉਸਨੇ ਇਹ ਨਹੀਂ ਸਮਝਿਆ ਕਿ ਜਾਲ ਦੇ ਵਿੱਚ ਉਸਦੀ ਮੌਤ ਦਾ ਕਾਰਨ ਬਣਨਾ ਹੈ। ਸਰ ਖਾਰਾ ਅਸਗਾਹੁ। ਤੇ ਨਾ ਹੀ ਉਸਨੇ ਬੜੇ ਹੀ ਡੂੰਘੇ ਵਿਸ਼ਾਲ ਸਾਗਰ ਸਮੁੰਦਰ ਦੇ ਵਿੱਚ ਟਿਕੇ ਰਹਿਣ ਦੇ ਵਿੱਚ ਆਪਣੇ ਜੀਵਨ ਨੂੰ ਹੀ ਸਮਝਿਆ ਹੈ ਕਿ ਇਸ ਦੇ ਵਿੱਚ ਟਿਕੇ ਰਹਿਣਾ ਹੀ ਮੇਰਾ ਜੀਵਨ ਹੈ। ਅਤ ਸਿਆਣੀ ਸੋਹਣੀ ਕਿਉ ਕੀਤੋ ਵਿਸਾਹੋ। ਵੇਖਣ ਨੂੰ ਮੱਛੀ ਬੜੀ ਸੋਹਣੀ ਤੇ ਸਿਆਣੀ ਜਾਪਦੀ ਹੈ, ਪਰ ਉਸਨੂੰ ਜਾਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਸੀ। ਸ਼ਿਕਾਰੀ ਆਉਂਦਾ ਹੈ, ਕੁੰਡੀ ਦੇ ਨਾਲ ਮਾਸ ਦਾ ਟੁਕੜਾ ਬੰਨ੍ਹਦਾ ਹੈ, ਪਾਣੀ ਦੇ ਵਿੱਚ ਸਿੱਟਦਾ ਹੈ। ਮਨ ਦੇ ਵਿੱਚ ਲਾਲਚ ਆਉਂਦਾ ਹੈ, ਕੁੰਡੀ ਨਹੀਂ ਦਿਸਦੀ ਹੈ, ਮਾਸ ਦਾ ਟੁਕੜਾ ਹੀ ਦਿਖਾਈ ਦਿੰਦਾ ਹੈ। ਅਤ ਸਿਆਣੀ ਸੋਹਣੀ ਕਿਉ ਕੀਤੋ ਵਿਸਾਹ। ਉਸ ਮਾਸ ਦੇ ਟੁਕੜੇ ਦੇ ਉੱਪਰ ਇਤਬਾਰ ਕਰ ਬੈਠੀ ਹੈ ਤੇ ਆਪਣੇ ਜੀਵਨ ਤੋਂ ਹੱਥ ਧੋ ਬੈਠੀ ਹੈ। ਮਛਲੀ ਜਾਲ ਨਾ ਜਾਣਿਆ, ਅਤ ਸਿਆਣੀ ਸੋਹਣੀ। ਉਹ ਬੜੀ ਹੀ ਚਤਰ ਸਿਆਣੀ ਹੈ, ਪਰ ਉਸਨੇ ਜਾਲ ਦੇ ਉੱਪਰ ਇਤਬਾਰ ਕਰ ਲਿਆ ਹੈ। ਕੀਤੇ ਕਾਰਨ ਪਕੜੀ। ਤੇ ਜਾਲ ਉੱਤੇ ਇਤਬਾਰ ਕਰਨ ਦੇ ਕਾਰਨ ਹੀ ਫੜੀ ਜਾਂਦੀ ਹੈ। ਕਾਲ ਨਾ ਟਲੈ ਸਿਰਾਹੋ। ਉਸਦੇ ਸਿਰ ਤੋਂ ਮੌਤ ਟਲਦੀ ਨਹੀਂ। ਉਵੇਂ ਹੀ ਮਨੁੱਖ ਦੇ ਜੀਵਨ ਦੇ ਵਿੱਚ ਤਨ ਕਰਕੇ ਮੌਤ ਅਚਨਚੇਤ ਆ ਵਸਦੀ ਹੈ ਤੇ ਜੀਵ ਦੁਨੀਆ ਤੋਂ ਕੂਚ ਕਰ ਜਾਂਦਾ ਹੈ। ਮਨ ਕਰਕੇ ਜਦ ਮਨ ਲਾਲਚੀ ਹੋ ਜਾਂਦਾ ਹੈ ਤੇ ਕਈ ਵਾਰ ਵੱਡੇ ਅਹੁਦੇ ਦੇ ਉੱਪਰ ਬੈਠਾ ਹੋਇਆ ਵੀ, ਲੱਖ 1.5 ਲੱਖ ਰੁਪਈਆ ਮਹੀਨੇ ਦੀ ਤਨਖਾਹ ਲੈਣ ਵਾਲਾ ਵੀ ਕੁਝ ਕੁ ਪੈਸੇ ਲੈਂਦਾ ਫੜਿਆ ਜਾਂਦਾ ਹੈ। ਇਹ ਹੈ ਨਹੀਂ ਉਸ ਮਛਲੀ ਦੇ ਵਰਗਾ ਜੀਵਨ, ਲਾਲਚੀ ਜੀਵਨ। ਮੱਛੀ ਨੂੰ ਜਿਵੇਂ ਮਾਸ ਦਾ ਟੁਕੜਾ ਦਿਸਦਾ ਹੈ, ਸਰ ਖਾਰਾ ਅਸਗਾਹੁ, ਪਰ ਉਸਨੇ ਸਾਗਰ ਦੇ ਵਿੱਚ ਰਹਿ ਕਰਕੇ ਵੀ ਸਾਗਰ ਦੀ ਆਪਣੇ ਜੀਵਨ ਦੇ ਵਿੱਚ ਜੋ ਮਹੱਤਤਾ ਹੈ ਉਸ ਨੂੰ ਨਹੀਂ ਜਾਣਿਆ ਹੈ।
ਉਸੇ ਤਰ੍ਹਾਂ ਹੀ ਵੱਡੇ ਅਹੁਦੇ ਦੇ ਉੱਪਰ ਬੈਠਾ ਹੋਇਆ ਮਨੁੱਖ ਵੀ ਕਈ ਵਾਰ ਮਿਲੀ ਹੋਈ ਇੱਜ਼ਤ, ਪੈਸਾ, ਸ਼ੋਹਰਤ, ਮਾਣ ਨੂੰ ਭੁੱਲ ਜਾਂਦਾ ਹੈ ਕਿ ਇਹ ਮੇਰੇ ਜੀਵਨ ਦੇ ਵਿੱਚ ਬੜੀ ਹੀ ਖੁਸ਼ੀ ਲੈ ਕੇ ਆਉਂਦੇ ਹਨ, ਮਨ ਨੂੰ ਸੰਤੋਖ ਦਿੰਦੇ ਹਨ, ਜੀਵਨ ਨੂੰ ਸੋਹਣਾ ਬਣਾਉਂਦੇ ਹਨ, ਮੇਰੇ ਪਰਿਵਾਰ ਨੂੰ ਚਲਾਉਂਦੇ ਹਨ। ਪਰ ਮਨ ਦੇ ਵਿੱਚ ਥੋੜ੍ਹਾ ਜਿਹਾ ਲਾਲਚ ਆਉਣ ਕਰਕੇ, ਇੱਕ ਛੋਟੀ ਜਿਹੀ ਗਲਤੀ ਦੇ ਕਰਕੇ ਆਪਣੇ ਜੀਵਨ ਦੀ ਸਮੁੱਚੀ ਪੂੰਜੀ ਨੂੰ, ਇੱਜ਼ਤ ਵਾਲੀ ਪੂੰਜੀ, ਧਨ ਦੌਲਤ ਵਾਲੀ ਪੂੰਜੀ, ਮਾਣ ਵਾਲੀ ਪੂੰਜੀ, ਸ਼ੋਹਰਤ ਵਾਲੀ ਪੂੰਜੀ, ਇਹ ਸਾਰਿਆਂ ਦੇ ਉੱਪਰ ਹੀ ਪਾਣੀ ਫੇਰ ਲੈਂਦਾ। ਭਾਈ ਰੇ ਇਉਂ ਸਿਰ ਜਾਣੋ ਕਾਲ। ਜਿਵੇਂ ਮੱਛੀ ਵਿਸਾਹ ਖਾ ਜਾਂਦੀ ਹੈ, ਉਸ ਮਾਸ ਦੇ ਟੁਕੜੇ ਦੇ ਉੱਪਰ ਲਾਲਚਵਸ ਹੋ ਕਰਕੇ ਗਹਿਰੇ ਸਮੁੰਦਰ ਤੋਂ ਬਾਹਰ ਆ ਜਾਂਦੀ। ਜਿਵੇਂ ਵੱਡੇ ਅਹੁਦੇ ਦੇ ਉੱਪਰ ਬੈਠਾ ਹੋਇਆ ਮਨ ਦੇ ਵਿੱਚ ਲਾਲਚਵਸ ਹੋ ਕਰਕੇ, ਛੋਟੀ ਜਿਹੀ ਗਲਤੀ ਦੇ ਕਰਕੇ ਆਪਣਾ ਸਾਰਾ ਹੀ ਜੀਵਨ ਤਹਿਸ ਨਹਿਸ ਕਰ ਬੈਠਦਾ ਹੈ। ਪਾਤਸ਼ਾਹ ਜੀ ਆਖਦੇ ਹਨ ਕਿ ਭਾਈ ਰੇ ਇਉਂ ਸਿਰ ਜਾਣੋ ਕਾਲ। ਜਿਵੇਂ ਮੱਛੀ ਆਪਣਾ ਜੀਵਨ ਗਵਾ ਲੈਂਦੀ ਹੈ, ਮਨੁੱਖ ਆਪਣਾ ਜੀਵਨ ਤਹਿਸ ਨਹਿਸ ਕਰ ਬੈਠਦਾ ਹੈ, ਤੂੰ ਆਪਣੇ ਸਿਰ ਉੱਤੇ ਮੌਤ ਨੂੰ ਇਉਂ ਜਾਣ ਜਿਉਂ ਮੱਛੀ ਤਿਉ ਮਾਨ ਸਾਹਿਬ ਵੈ ਅਚਿੰਤਾ ਜਾਲ। ਜਿਵੇਂ ਮੱਛੀ ਅਚਨਚੇਤ ਜਾਲ ਆ ਕੇ ਪੈ ਜਾਂਦਾ ਹੈ, ਤਿਵੇਂ ਮਨੁੱਖਾਂ ਦੇ ਸਿਰ ਦੇ ਉੱਪਰ ਅਚਨਚੇਤ ਮੌਤ ਆਣ ਪੈਂਦੀ ਹੈ। ਸਭ ਜਗ ਬੰਧੋ ਕਾਲ ਕੋ ਬਿਨ ਗੁਰ ਕਾਲ ਅਫਾਰ। ਸਾਰਾ ਜਗਤ ਮੌਤ ਦੇ ਡਰ ਦਾ ਬੱਧਾ ਹੋਇਆ ਹੈ। ਗੁਰੂ ਦੇ ਸ਼ਰਨ ਆਉਣ ਤੋਂ ਬਿਨਾਂ ਮੌਤ ਦਾ ਸਹਿਮ ਹਰੇਕ ਦੇ ਉੱਤੇ ਪਿਆ ਰਹਿੰਦਾ ਹੈ। ਜਿਹੜੇ ਮਨੁੱਖ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਪਿਆਰ ਦੇ ਵਿੱਚ ਰੰਗੇ ਰਹਿੰਦੇ ਹਨ, ਉਹ ਵਿਕਾਰ ਛੱਡ ਕੇ ਮਨ ਦੀ ਮਾਇਆ ਦੇ ਵੱਲ ਡੋਲਣੀ ਹਾਲਤ ਨੂੰ ਛੱਡ ਕੇ ਮੌਤ ਦੇ ਸਹਿਮ ਤੋਂ ਬਚ ਜਾਂਦੇ ਹਨ। ਸੱਚ ਰਤੇ ਸੇ ਉਭਰੇ ਦੁਬਿਧਾ ਛੋੜ ਵਿਕਾਰ। ਉਹਨਾਂ ਦੇ ਜੀਵਨ ਦੇ ਵਿੱਚੋਂ ਦੁਬਿਧਾਵਾਂ ਮੁੱਕ ਜਾਂਦੀਆਂ ਹਨ, ਮਨ ਦੇ ਵਿੱਚ ਆਨੰਦ ਖੇੜਾ ਬਣ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਉਹਨਾਂ ਦੇ ਜੀਵਨ ਦੇ ਵਿੱਚ ਸਦਾ ਹੀ ਅਡੋਲਤਾ ਬਣੀ ਰਹਿੰਦੀ ਹੈ। ਹਉ ਤਿਨ ਕੈ ਬਲਿਹਾਰਣੈ ਦਰ ਸੱਚੈ ਸਚਿਆਰ। ਮੈਂ ਉਹਨਾਂ ਤੋਂ ਸਦਕੇ ਹਾਂ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਪ੍ਰਭੂ ਦੇ ਦਰ 'ਤੇ ਸੁਰਖਰੂ ਹੁੰਦੇ ਹਨ।